लेके हाजिर सिमरन धालीवाल दी कहानी मैं नाटक ते जिंदगी। मैं नरिंदर दे चेहरे वल देख रही सां। हुणे अजे थोड़ी देर पहला लग्या जिवें ओह अंतां दा शांत होवे, पर दूजे ही पल उसदे चेहरे ते एक अजीब जिहा खौफ दिखाई दिता। ओही खौफ जो कुछ दिन पहला सी उसदे चेहरे ते। भज के ड्राइंग रूम विच आन बैठी हां। चाह दी तलब जागी सी, पर इकदम करवा चौथ दा वर्त याद आ गया। पर किस लई? गेट बंद करके बैडरूम विच गई सां, पर मैथों उत्थे रुक नहीं होया। सिर उत्ते जिवें हथौड़े वज्जण लगे सी। ड्राइंग रूम विच 0 वाट दे बल्ब दी दुधिया जही रोशनी है, पर मेरे अंदर सदियां पुराना अंधकार है। कित्थों कित्थे पहुंच गई हां। अजीब जिहा लेखा जोखा है। इस मन दी लिपि भी अजीब है जो मेरी समझ विच नहीं आउंदी, पर ਇਹ ਗੁੰਝਲਾਂ ਡਾਕਟਰ ਗੁਰਵਿੰਦਰਪਾਲ ਉਫ ਗੈਰੀ ਨੇ ਸਮਝ ਲਈਆਂ ਸਨ। ਮਨ ਵਿੱਚ ਅਜੀਬ ਖਿਆਲ ਆ ਰਹੇ ਨੇ। ਸੋਚਦੀ ਹਾਂ ਨਰਿੰਦਰ ਉੱਠੇ ਤੇ ਮੇਰੇ ਮੂੰਹ ਤੇ ਤਾੜ ਕਰਦਾ ਥੱਪੜ ਮਾਰੇ, ਬਿਲਕੁਲ ਉਸੇ ਦਿਨ ਵਾਂਗ। ਪਰ ਮੈਂ ਜਾਣਦੀ ਹਾਂ ਨਰਿੰਦਰ ਹੁਣ ਇੰਜ ਨਹੀਂ ਕਰੇਗਾ। ਪਰ ਉਸ ਦਿਨ ਉਸਨੇ ਇੰਜ ਕਿਉਂ ਨਹੀਂ ਕੀਤਾ ਸੀ? ਉਹ ਸੁੱਤਾ ਨਹੀਂ, ਬਸ ਸੌਣ ਦਾ ਨਾਟਕ ਕਰ ਰਿਹਾ ਸੀ। ਅਦਾਕਾਰ ਜੋ ਹੋਇਆ, ਅਦਾਕਾਰੀ ਤਾਂ ਉਸਦੇ ਖੂਨ ਵਿੱਚ ਹੈ ਨਾ। ਮੇਰੇ ਸਾਹਮਣੇ ਕੁਝ ਵਰੇ ਪਹਿਲੇ ਵਾਲਾ ਨਰਿੰਦਰ ਖੜਾ ਹੈ। ਚਿੱਟਾ ਕੁੜਤਾ ਪਜਾਮਾ, ਪਸ਼ੌਰੀ ਚੱਪਲਾਂ ਤੇ ਕੁੰਗਰਾਲੇ ਵਾਲ। ਨਵੀਂ ਰੋਸ਼ਨੀ ਡਰਾਮਾ ਕਲੱਬ ਦਾ ਸਭ ਤੋਂ ਵੱਧ ਚਮਕਦਾ ਸਿਤਾਰਾ, ਜਿਸ ਦੇ ਚਾਹਣ ਵਾਲਿਆਂ ਦੀ ਗਿਣਤੀ ਦਾ ਕੋਈ ਲੇਖਾ ਜੋਖਾ ਨਹੀਂ ਸੀ। ਉਹ ਯੂਨੀਵਰਸਿਟੀ ਦਾ ਹੀਰੋ ਸੀ। ਮੈਂ MA ਦੀ ਸਟੂਡੈਂਟ ਸਾਂ। ਸਾਹਿਤ ਨਾਲ ਅੰਤਾਂ ਦਾ ਮੋਹ ਮੈਨੂੰ ਮਾਸਟਰ ਆਫ ਆਰਟਸ ਵੱਲ ਲੈ ਤੁਰਿਆ ਸੀ। ਪਾਪਾ ਨੂੰ ਵਕਾਲਤ ਪਸੰਦ ਸੀ ਜਾਂ ਫਿਰ ਆਰਮੀ। ਉਹ ਚਾਹੁੰਦੇ ਸਨ ਮੈਂ ਦੋਹਾਂ ਚੋਂ ਕੋਈ ਇੱਕ ਰਾਹ ਚੁਣਾ। ਮੇਰੇ ਖਿਆਲ ਵੱਖ ਸਨ, ਰੁਚੀਆਂ ਅਲੱਗ ਸਨ। ਉਹਨਾਂ ਰੋਕਿਆ ਨਹੀਂ ਸੀ। ਉਹ ਮੰਨਦੇ ਸਨ ਕਿ ਜਿੱਥੇ ਚਾਹ ਉੱਥੇ ਹੀ ਤਾਂ ਰਾਹ ਲੱਭਦੇ ਹਨ। MA ਕਰਕੇ MPhil PhD ਤੇ ਫਿਰ ਪ੍ਰੋਫੈਸਰਸ਼ਿਪ ਤਾਂ ਵੱਟ ਤੇ ਪਈ। ਡਾਕਟਰ ਨਵਜੀਤ ਕੌਰ ਔਲਖ ਉਹ ਮੁਸਕਰਾਉਂਦੇ ਹੋਏ ਆਖਦੇ, ਦੇਖ ਬੇਟਾ, ਵਿਦਿਆ ਸਭ ਤੋਂ ਵੱਡੀ ਪੂੰਜੀ ਹੁੰਦੀ। ਮੈਂ ਵੀ PhD ਤੋਂ ਘੱਟ ਨਾ ਮੁੜਦਾ, ਪਰ ਮੇਰੇ ਬਾਪੂ ਦੀ ਪੁੱਗਤ ਨਹੀਂ ਸੀ। ਪਰ ਤੂੰ ਕਰ, PhD ਕਰ, PhD ਕਰਕੇ ਦਿਖਾ ਮੈਨੂੰ ਜਿਵੇਂ ਹੌਸਲਾ ਮਿਲ ਜਾਂਦਾ। ਮੈਂ ਯੂਨੀਵਰਸਿਟੀ ਦਾਖਲਾ ਲੈ ਲਿਆ। ਨਰਿੰਦਰ ਨਾਲ ਪਹਿਲੀ ਮੁਲਾਕਾਤ ਵੀ ਜਿਵੇਂ ਸਬੱਬ ਨਾਲ ਹੋਈ ਸੀ। ਮੇਰੀ ਰੂਮਮੇਟ ਕੰਚਨ ਨੇ ਦੱਸਿਆ ਸੀ, ਨਵਜੀਤ ਚੱਲ ਅੱਜ ਨਾਟਸ਼ਾਲਾ ਚੱਲੀਏ, ਉੱਥੇ ਬਦਲਦੀਆਂ ਰੁੱਤਾਂ ਨਾਟਕ ਖੇਡਿਆ ਜਾਣਾ। ਕਮਲੀਏ 100ਵੀਂ ਵਾਰ। ਸੋਚ ਕਿੰਨਾ ਕਮਾਲ ਦਾ ਹੋਊ। ਉਸ ਨਾਟਕ ਦਾ ਨਾਇਕ ਨਰਿੰਦਰ ਹੈ, ਆਪਣੀ ਯੂਨੀਵਰਸਿਟੀ ਦਾ ਸਟੂਡੈਂਟ, PhD ਕਰ ਰਿਹਾ ਨਾਟਕ ਤੇ। ਕੌਣ ਨਰਿੰਦਰ? ਮੈਂ ਜਿਵੇਂ ਆਪਣੇ ਆਪ ਵਿੱਚੋਂ ਗੁਆਚੀ ਨੇ ਪੁੱਛ ਲਿਆ ਸੀ। ਲੈ ਕਮਲੀਏ ਕੁੜੀਏ, ਤੈਨੂੰ ਨਰਿੰਦਰ ਦਾ ਨਹੀਂ ਪਤਾ? ਉਹੀ ਨਰਿੰਦਰ, ਕਿੰਨਾ ਤਾਂ ਨਾਮ ਚੱਲਦਾ ਉਹਦਾ ਯੂਨੀਵਰਸਿਟੀ 'ਚ। ਇਹ ਡਰਾਮਾ ਕਲੱਬ ਵੀ ਤਾਂ ਉਸਨੇ ਬਣਾਇਆ। ਕੁੜੀਆਂ ਤਾਂ ਵੇਖ ਕੇ ਹੌਕੇ ਭਰਦੀਆਂ ਉਸਨੂੰ। ਅੱਛਾ, ਤੇ ਆਪ ਜੀ ਕਿਉਂ ਪਿੱਛੇ ਰਹਿੰਦੇ ਹੋ? ਜਾਓ, ਹੌਕੇ ਭਰੋ ਚੱਲ ਕੇ ਆਪਣੇ ਨਰਿੰਦਰ ਜੀ ਲਈ। ਮੈਨੂੰ ਨਾ ਤਾਂ ਨਾਟਕ ਅਤੇ ਨਾ ਹੀ ਨਾਟਕ ਵਾਲੇ ਵਿੱਚ ਕੋਈ ਰੁਚੀ ਸੀ। ਲੈ ਤੈਨੂੰ ਕੀ ਲੱਗਦਾ ਮੈਂ ਇਕੱਲੀ ਤੁਰ ਪਊਂ? ਕਮਲੀਏ ਕੁੜੀਏ, ਮੈਂ ਤਾਂ ਤੈਨੂੰ ਨਾਲ ਲੈ ਕੇ ਜਾਊਂ। ਸਿੱਧੀ ਹੋ ਕੇ ਚੱਲ ਪੈ, ਨਹੀਂ ਤਾਂ ਬਾਹਮਣੀ ਨਾ ਸਮਝ ਛੱਡੀ ਬਸ ਮੈਨੂੰ। ਉਸੇ ਗੱਲ ਤੇ ਮੈਂ ਖੁੱਲ ਕੇ ਹੱਸੀ ਸਾਂ। ਚੱਲ ਮੇਰੀ ਗੁੜੀਆ, ਦੇਖ ਆਈਏ ਤੇਰੇ ਹੀਰੋ ਨੂੰ। ਮੈਂ ਤਿਆਰ ਹੋ ਗਈ, ਟਿਕਟਾਂ ਲਈਆਂ, ਸਭ ਤੋਂ ਮੂਹਰਲੀ ਕਤਾਰ ਵਿੱਚ ਬੈਠ ਕੇ ਨਾਟਕ ਦੇਖਿਆ। ਪਰ ਮੇਰਾ ਧਿਆਨ ਨਾਟਕ ਵੱਲ ਨਹੀਂ, ਨਰਿੰਦਰ ਵੱਲ ਸੀ। ਉਹ ਮੇਰੇ ਧੁਰ ਤੱਕ ਲੈ ਗਿਆ ਸੀ। ਉਸਦੇ ਚਿਹਰੇ ਦੇ ਹਾਵ ਭਾਵ, ਉਸਦੀ ਅਦਾਕਾਰੀ, ਆਵਾਜ਼ ਵਿਚਲੀ ਕਸ਼ਿਸ਼, ਮੈਂ ਜਿਵੇਂ ਕੀਲੀ ਗਈ। ਨਾਟਕ ਮੁੱਕ ਗਿਆ, ਪਰ ਮੈਂ ਜਿਵੇਂ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਸਾਂ। ਲੈ ਦੱਸ ਕਮਲੀਏ ਕੁੜੀਏ, ਵਾਪਸ ਨਹੀਂ ਜਾਣਾ ਮੋੜਾ ਸੁਪਨਿਆਂ ਚੋਂ? ਉਹ ਤਾਂ ਚਲਾ ਗਿਆ। ਕੰਚਨ ਦੀ ਆਵਾਜ਼ ਨੇ ਮੇਰੀ ਸੁਰਤੀ ਤੋੜੀ। ਨਾਟਸ਼ਾਲਾ ਤੋਂ ਰੂਮ ਤੱਕ ਆਉਂਦਿਆਂ ਮੈਂ ਸੋਚਾਂ ਵਿੱਚ ਗੁਆਚੀ ਰਹੀ। ਲੱਗਦਾ ਜਿਵੇਂ ਕੁਝ ਪਿੱਛੇ ਰਹਿ ਗਿਆ ਹੋਵੇ। ਕੰਚਨ ਕਿਆ ਬਾਤ ਸੀ। ਮੈਂ ਤਾਂ ਮਨ ਜਿਵੇਂ ਸਵਾਦ ਹੋ ਉੱਠਿਆ ਸੀ। ਮੈਂ ਸਰਾਣਾ ਹਿੱਕ ਨਾਲ ਘੁੱਟ ਲਿਆ। ਕਿਸ ਵਿੱਚ? ਨਾਟਕ ਵਿੱਚ ਜਾਂ ਨਾਟਕ ਵਾਲੇ ਵਿੱਚ? ਉਸ ਦੀ ਗੱਲ ਵਿੱਚ ਮਸ਼ਕਰੀ ਸੀ। ਨਾਟਕ ਕਿਸਨੇ ਦੇਖਿਆ ਅੜੀਏ? ਮੇਰਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ। ਹਵਾ ਦੇ ਜ਼ੋਰਦਾਰ ਬੁੱਲੇ ਨਾਲ ਪਰਦੇ ਹਿੱਲੇ ਨੇ। ਮੈਂ ਇੱਕਦਮ ਤਰਪਕੀ ਹਾਂ। ਡਰ ਤੇਰੇ ਅੰਦਰ ਹੈ, ਬਾਹਰ ਨਹੀਂ। ਅੰਦਰੋਂ ਜਿਵੇਂ ਆਵਾਜ਼ ਉੱਠਦੀ ਹੈ। ਕਦੀ ਸਹਿਮਤ ਨਹੀਂ ਸਾਂ ਮੈਂ ਇਸ ਗੱਲ ਨਾਲ, ਪਰ ਅੱਜ ਜਿਵੇਂ ਸਭ ਸੱਚ ਲੱਗ ਰਿਹਾ ਹੈ। ਇਹ ਬੰਦਾ ਬੜੀ ਵੱਡੀ ਬੁਝਾਰਤ ਹੈ। ਸਾਰਾ ਕੁਝ ਇਸੇ ਦੇ ਅੰਦਰ ਹੁੰਦਾ ਹੈ, ਸ਼ੈਤਾਨ ਵੀ ਤੇ ਦੇਵਤਾ ਵੀ। ਇਹ ਅੰਦਰ ਦਾ ਜੰਗਲ ਬੜਾ ਡੂੰਘਾ ਹੁੰਦਾ ਹੈ। ਡਾਕਟਰ ਵਿਰਦੀ ਦੀ ਗੱਲ ਯਾਦ ਆ ਰਹੀ ਹੈ। ਇਸੇ ਅੰਦਰ ਦੇ ਜੰਗਲ ਨੂੰ ਹੀ ਤਾਂ ਮੈਂ ਫੋਲਣ ਦੀ ਕੋਸ਼ਿਸ਼ ਕੀਤੀ ਸੀ। ਕਦੀ ਨਰਿੰਦਰ ਨੂੰ ਸਮਝਦੀ, ਕਦੀ ਖੁਦ ਨੂੰ ਸਮਝਾਉਂਦੀ। ਇਸੇ ਸਮਝਾਉਣ 'ਚ ਹੀ ਮੈਂ ਇਸ ਕਦਰ ਉਲਝ ਗਈ ਸੀ ਕਿ ਡਾਕਟਰ ਗੈਰੀ ਨੇ ਮੇਰੀ ਇਸ ਉਲਝਣ ਨੂੰ ਮਾਨਸਿਕ ਬਿਮਾਰੀ ਦਾ ਨਾਮ ਦੇ ਦਿੱਤਾ ਸੀ। ਡਰਾਮਾ ਕਰਦੀ ਹੈ ਇਹ, ਕੁਝ ਨਹੀਂ ਹੋਇਆ ਇਹਨੂੰ। ਨਰਿੰਦਰ ਕੁਝ ਵੀ ਮੰਨਣ ਲਈ ਤਿਆਰ ਨਹੀਂ ਸੀ, ਪਰ ਉਹ ਭੁੱਲ ਗਿਆ ਸੀ ਕਿ ਡਰਾਮਾ ਕਰਨਾ ਤਾਂ ਮੈਂ ਬਹੁਤ ਦੇਰ ਪਹਿਲਾਂ ਹੀ ਛੱਡ ਚੁੱਕੀ ਹਾਂ। ਇਹ ਅਦਾਕਾਰੀ ਤਾਂ ਉਸੇ ਨੂੰ ਹੀ ਮੁਬਾਰਕ। ਮੇਰੀ ਕਲਾਕਾਰੀ ਤਾਂ ਚੁੱਲ੍ਹੇ ਜੋਗੀ ਹੀ ਰਹਿ ਗਈ ਸੀ। ਨਰਿੰਦਰ ਦੇ ਉਸ ਨਾਟਕ ਦਾ ਅਸਰ ਕਈ ਦਿਨ ਮੇਰੇ ਦਿਲੋਂ ਦਿਮਾਗ ਤੇ ਛਾਇਆ ਰਿਹਾ। ਕੰਚਨ ਨੇ ਸਕੀਮ ਕੱਢ ਲਈ।
ਅਸੀਂ ਡਿਪਾਰਟਮੈਂਟ ਵੱਲੋਂ ਆ ਰਹੇ ਸੀ ਕਿ ਨਰਿੰਦਰ ਲਾਇਬ੍ਰੇਰੀ ਅੱਗੇ ਟੱਕਰ ਗਿਆ। ਵਾਹ ਜੀ ਨਰਿੰਦਰ ਜੀ, ਕਿਆ ਨਾਟਕ ਸੀ ਜੀ ਤੁਹਾਡਾ। ਕੰਚਨ ਉਸ ਨੂੰ ਘੇਰ ਕੇ ਖਲੋ ਗਈ। ਸ਼ੁਕਰੀਆ ਜੀ, ਉਹ ਸੰਖੇਪ ਜਿਹਾ ਬੋਲਿਆ। ਨਰਿੰਦਰ ਜੀ, ਗੱਲ ਅਸਲ 'ਚ ਪਤਾ ਕੀ ਹੈ, ਸਾਡੀ ਇਸ ਕਮਲੀ ਕੁੜੀ ਨੂੰ ਥੀਏਟਰ ਦਾ ਬੜਾ ਸ਼ੌਂਕ ਹੈ। ਤੁਹਾਡੀ ਚੇਲੀ ਬੰਨਾ ਲੋਚਦੀ ਹੈ। ਕੰਚਨ ਦੀ ਗੱਲ ਸੁਣ ਕੇ ਮੇਰੇ ਰੰਗ ਉੱਡ ਗਏ। ਮੈਂ ਘੂਰੀ ਵੱਟੀ। ਕੰਚਨ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਬਹੁਤ ਖੂਬ, ਅੱਜ ਸ਼ਾਮ ਨੂੰ 7 ਨੰਬਰ ਰੂਮ 'ਚ ਆ ਜਾਈਓ। ਸਾਡੇ ਨਵੇਂ ਨਾਟਕ ਦੀ ਰਿਹਰਸਲ ਹੈ। ਸਾਡਾ ਕਲੱਬ ਜੁਆਇਨ ਕਰ ਲਓ, ਕੁਝ ਸੋਚ ਲਵਾਂਗੇ। ਨਰਿੰਦਰ ਨੇ ਬਸ ਇਹੀ ਕਿਹਾ ਤੇ ਖੁਸ਼ਬੂ ਵਿਖੇਰਦਾ ਅਲੋਪ ਹੋ ਗਿਆ ਸੀ। ਨਾ ਤੈਨੂੰ ਕਿੰਨੇ ਕਹਿਤਾ ਮੈਨੂੰ ਥੀਏਟਰ ਦਾ ਸ਼ੌਂਕ ਹੈ। ਮੈਨੂੰ ਕੰਚਨ ਤੇ ਗੁੱਸਾ ਆ ਰਿਹਾ ਸੀ। ਲੈ ਕਮਲੀਏ, ਥੀਏਟਰ ਨਹੀਂ ਤੇ ਨਾ ਸਹੀ, ਥੀਏਟਰ ਵਾਲੇ 'ਚ ਤਾਂ ਰੁਚੀ ਹੈ ਨਾ। ਪਾਗਲੇ, ਲੋਕ ਇਸ਼ਕ 'ਚ ਕੀ ਨਹੀਂ ਕਰਦੇ, ਤੇਤੋਂ ਐਕਟਰ ਨਹੀਂ ਬਣ ਹੁੰਦਾ। ਫਸਾ ਲੈ ਫਸਦਾ ਤਾਂ। ਕੋਈ ਅਧਿਕ ਸ਼ਕਤੀ ਮੈਨੂੰ 7 ਨੰਬਰ ਰੂਮ ਵਿੱਚ ਖਿੱਚ ਕੇ ਲੈ ਗਈ ਸੀ। ਇਹਨਾਂ ਨੂੰ ਵੇਵਜ਼ ਕਹਿੰਦੇ ਨੇ, ਬਹੁਤ ਸ਼ਕਤੀਸ਼ਾਲੀ ਹੁੰਦੀਆਂ, ਦਿਸਦੀਆਂ ਨਹੀਂ ਕਿਸੇ ਨੂੰ। ਡਾਕਟਰ ਗੈਰੀ ਅਕਸਰ ਆਖਦਾ ਹੁੰਦਾ। ਕਦੀ ਉਸਦੀਆਂ ਗੱਲਾਂ ਮੇਰੇ ਸਿਰ ਉੱਪਰੋਂ ਲੰਘਣ ਲੱਗਦੀਆਂ, ਠੀਕ ਉਸੇ ਤਰ੍ਹਾਂ ਜਿਵੇਂ ਮੇਰੀਆਂ ਨਰਿੰਦਰ ਦੇ ਸਿਰੋਂ ਲੰਘਣ ਲੱਗੀਆਂ ਸਨ। ਮੋਟੀਆਂ ਕਿਤਾਬਾਂ ਘੋਟ ਪੀ ਜਾਣ ਵਾਲੇ ਨੂੰ ਮੇਰੀ ਸੌਖੀ ਜਿਹੀ ਗੱਲ ਕਿਉਂ ਨਹੀਂ ਸਮਝ ਪੈਂਦੀ। ਮੈਨੂੰ ਇਸ ਦੀ ਸਮਝ ਨਹੀਂ ਸੀ ਲੱਗੀ, ਪਰ ਨਾਟਕ ਦੀਆਂ ਬਰੀਕੀਆਂ ਮੈਂ ਸਮਝਣ ਲੱਗੀ ਸਾਂ। ਮਨ ਵਿੱਚ ਖਿੱਚ ਸੀ ਜੋ ਮੇਰੇ ਲਈ ਊਰਜਾ ਦਾ ਕੰਮ ਕਰ ਰਹੀ ਸੀ। ਮੈਂ ਰਿਹਰਸਲ ਵਿੱਚ ਹਿੱਸਾ ਲੈਂਦੀ, ਨਰਿੰਦਰ ਕੋਲੋਂ ਸਿੱਖਦੀ ਸਮਝਦੀ। ਥੀਏਟਰ ਮੇਰੇ ਸਿਰ ਤੇ ਹਾਵੀ ਹੁੰਦਾ ਜਾ ਰਿਹਾ ਸੀ, ਨਰਿੰਦਰ ਮੇਰੇ ਦਿਲ ਤੇ। ਐਕਟਰ ਤਾਂ ਹਰ ਇਨਸਾਨ ਦੇ ਅੰਦਰ ਹੁੰਦਾ ਹੈ ਨਵਜੀਤ ਜੀ। ਇਹ ਐਕਟਿੰਗ ਤਾਂ ਸਾਡੇ ਨਾਲ ਹੀ ਜਵਾਨ ਹੋਣ ਲੱਗਦੀ ਹੈ। ਨਰਿੰਦਰ ਕਈ ਕੁਝ ਬੋਲਦਾ ਗਿਆ ਤੇ ਮੈਂ ਜਿਵੇਂ ਬੁੱਤ ਬਣੀ ਬੈਠੀ ਸਾਂ। ਉਸ ਦੇ ਲਫ਼ਜ਼ਾਂ 'ਚ ਸਮੋਹਨ ਕਰ ਲੈਣ ਦੀ ਸ਼ਕਤੀ ਸੀ। ਮੈਂ ਪਹਿਲੀ ਵਾਰ ਉਸ ਦੇ ਇੰਨਾ ਕਰੀਬ ਬੈਠੀ ਸਾਂ। ਰਿਹਰਸਲ ਮੁੱਕੀ ਤੋਂ ਅਸੀਂ ਕੈਫੇ ਵਿੱਚ ਬੈਠੇ ਸੀ। ਕੌਫੀ ਪੀਂਦਿਆਂ ਸਾਡੇ ਵਿੱਚ ਨਿੱਕੀਆਂ ਕਈ ਗੱਲਾਂ ਚੱਲਦੀਆਂ ਰਹਿੰਦੀਆਂ। ਮੈਂ ਨਾਟਕਾਂ ਵਿੱਚ ਨਾਇਕਾ ਦਾ ਰੋਲ ਨਿਭਾਉਂਦੀ ਨਰਿੰਦਰ ਦੇ ਬਹੁਤ ਕਰੀਬ ਆ ਗਈ ਸਾਂ। ਪਹਿਲਾਂ ਦੋਸਤੀ ਤੇ ਫਿਰ ਪਿਆਰ। ਕਿਵੇਂ ਸਭ ਕੁਝ ਆਪਣੇ ਆਪ ਹੋ ਗਿਆ ਸੀ, ਮੈਨੂੰ ਖੁਦ ਪਤਾ ਨਹੀਂ ਸੀ ਲੱਗਿਆ। ਨਰਿੰਦਰ ਮੇਰੇ ਸਾਹਾਂ ਵਿੱਚ ਸਾਹ ਭਰਦਾ। ਮੈਂ ਉਸਦੀ ਹਰ ਗੱਲ ਤੋਂ ਮੁਤੱਸਰ ਸਾਂ। ਉਹ ਰੂਹ ਨਾਲ ਕੰਮ ਕਰਦਾ, ਬੋਲਦਾ ਤਾਂ ਜਿਵੇਂ ਫੁੱਲ ਕਿਤੇ। ਜ਼ਿੰਦਗੀ ਦੇ ਹਰ ਪੱਖ ਦੀ ਉਸਨੂੰ ਡੂੰਘੀ ਸਮਝ ਸੀ। ਕਿਵੇਂ ਰਹਿ ਸਕਦੀ ਸਾਂ ਮੈਂ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ। ਇਹ ਬਸ ਇੱਕ ਮਾਇਆ ਹੈ, ਬਾਹਰ ਆਓ ਇਸ ਵਿੱਚੋਂ। ਡਾਕਟਰ ਗੈਰੀ ਦੀਆਂ ਗੱਲਾਂ ਮੇਰੇ ਦਿਮਾਗ ਉੱਪਰ ਅਸਰ ਕਰਨ ਲੱਗੀਆਂ ਸਨ। ਬਾਹਰ ਅਜੇ ਬੜੀ ਵੱਡੀ ਦੁਨੀਆ ਬਾਕੀ ਪਈ ਹੈ ਨਵ। ਅਸੀਂ ਬਹੁਤ ਦੂਰ ਜਾਵਾਂਗੇ। ਸੀਰੀਅਲ, ਫਿਲਮਾਂ, ਮੁੰਬਈ, ਕੁਝ ਵੀ ਦੂਰ ਨਹੀਂ ਹੈ। ਨਰਿੰਦਰ ਹਜ਼ਾਰਾਂ ਸੁਪਨੇ ਸਜਾਈ ਬੈਠਾ ਸੀ। ਉਸਦੇ ਦਿਲ ਵਿੱਚ ਵੱਡਾ ਐਕਟਰ ਬਣਨ ਦੀ ਖੁਆਇਸ਼ ਸੀ। ਨਾਟਸ਼ਾਲਾ ਦੀ ਸਟੇਜ ਉਸ ਲਈ ਛੋਟੀ ਪੈ ਗਈ ਸੀ। ਇਹ ਜ਼ਿੰਦਗੀ ਵੀ ਤਾਂ ਸਟੇਜ ਵਰਗੀ ਹੈ, ਜਿਵੇਂ ਆਪਾਂ ਸਾਰੇ ਹੀ ਵਿਹਾਰ ਕਰਦੇ ਹਾਂ ਕਠਪੁਤਲੀਆਂ ਵਾਂਗ, ਤੇ ਕੋਈ ਆਪਾਂ ਨੂੰ ਨਿਰਦੇਸ਼ ਦਿੰਦਾ ਹੈ, ਨਚਾਉਂਦਾ ਹੈ ਆਪਣੇ ਇਸ਼ਾਰਿਆਂ ਤੇ। ਪਰ ਮੈਂ ਅੱਕ ਗਈ ਸਾਂ ਨਰਿੰਦਰ ਦੀ ਨਿਰਦੇਸ਼ਨਾ ਤੋਂ। ਬਾਗੀ ਹੋ ਜਾਣਾ ਚਾਹੁੰਦੀ ਸਾਂ। ਕਈ ਵਾਰ ਅਸੀਂ ਜ਼ਹਿਨੀ ਤੌਰ ਤੇ ਗੁਲਾਮ ਹੁੰਦੇ ਹਾਂ। ਐਸੀ ਗੁਲਾਮੀ ਕਿੰਨੀ ਸੱਚ ਸੀ। ਇਹ ਗੱਲ ਸੱਚ ਤਾਂ ਉਹ ਵੀ ਸੀ ਜੋ ਡਾਕਟਰ ਗੈਰੀ ਨੇ ਕਿਹਾ ਸੀ। ਪਰ ਮੈਂ ਮਾਨਸਿਕ ਤੌਰ ਤੇ ਬਿਮਾਰ ਨਹੀਂ ਸਾਂ। ਮੇਰੀ ਬਿਮਾਰੀ ਤਾਂ ਗੁੜ ਨਾਲੋਂ ਇਸ਼ਕ ਮਿੱਠਾ, ਰੱਬਾ ਲੱਗ ਨਾ ਕਿਸੇ ਨੂੰ ਜਾਵੇ। ਮੈਂ ਗੁਨਗੁਨਾਇਆ ਕਰਦੀ ਸਾਂ। ਮੇਰੀ MA ਕੰਪਲੀਟ ਹੋਈ। ਨਰਿੰਦਰ ਦੀ PhD ਦਾ ਕੰਮ ਨਿਬੜ ਗਿਆ। ਅਸੀਂ ਵਿਆਹ ਕਰਵਾ ਲਿਆ। ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ। ਮੇਰੀ ਪਸੰਦ ਪੂਰੇ ਪਰਿਵਾਰ ਦੀ ਪਸੰਦ ਸੀ। ਮੈਂ ਅੰਤਾ ਦੀ ਖੁਸ਼ ਸੀ, ਆਪਣੀ ਕਿਸਮਤ ਤੇ ਨਾਜ਼ ਕਰਦੀ। ਕਮਲੀਏ ਕੁੜੀਏ, ਤੇਰੀ ਤਾਂ ਲਾਟਰੀ ਲੱਗ ਗਈ। ਨਰਿੰਦਰ ਦਾ ਡਾਇਮੰਡ ਹੈ ਜਮਾਈ, ਹੁਣ ਸੰਭਾਲ ਕੇ ਰੱਖੀ। ਕੰਚਨ ਢੇਰ ਸਾਰੀਆਂ ਮੁਬਾਰਕਾਂ ਦੇ ਕੇ ਗਈ ਸੀ। ਜ਼ਿੰਦਗੀ ਜਿਵੇਂ ਮਹਿਕ ਉੱਠੀ ਸੀ। ਤੇ ਇਸ ਤੋਂ ਵੱਡੀ ਖੁਸ਼ੀ ਇਸ ਗੱਲ ਵਿੱਚ ਸੀ ਕਿ ਨਰਿੰਦਰ ਦਾ ਵਰ੍ਹਿਆਂ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਸੀ। ਉਸਨੂੰ ਕਿਸੇ ਫਿਲਮ ਵਿੱਚ ਬ੍ਰੇਕ ਮਿਲ ਗਈ ਸੀ। ਪੰਜਾਬੀ ਮੂਲ ਦਾ ਪ੍ਰੋਡਿਊਸਰ ਇੱਕ ਵਾਰ ਯੂਨੀਵਰਸਿਟੀ ਆਇਆ, ਨਰਿੰਦਰ ਦਾ ਕੰਮ ਦੇਖ ਕੇ ਗਿਆ ਸੀ। ਨਰਿੰਦਰ ਨਾਲ ਕੀਤਾ ਵਾਅਦਾ ਉਸਨੇ ਪੁਗਾ ਦਿੱਤਾ ਸੀ। ਨਵ, ਤੂੰ ਬਹੁਤ ਲੱਕੀ ਹੈ ਮੇਰੇ ਲਈ। ਇੱਕ ਵਾਰ ਮੇਰੇ ਪੈਰ ਉੱਥੇ ਲੱਗ ਗਏ। ਨਰਿੰਦਰ ਦੀ ਦ੍ਰਿੜਤਾ ਤੇ ਮੈਨੂੰ ਮਾਣ ਸੀ। ਉਹ 15 ਦਿਨ ਬਾਅਦ ਮੁੰਬਈ ਤੋਂ ਆਇਆ, ਬਹੁਤ ਖੁਸ਼। ਢੇਰ ਸਾਰੀਆਂ ਤਸਵੀਰਾਂ ਸਨ ਉਸ ਕੋਲ। ਮੈਨੂੰ ਹੁਬ ਦਿਖਾਉਂਦਾ ਰਿਹਾ। ਵੱਡੇ ਐਕਟਰ, ਐਕਟਰਸਿਸ, ਪ੍ਰੋਡਿਊਸਰ ਤੇ ਡਾਇਰੈਕਟਰ। ਉਸ ਦੁਨੀਆ ਦਾ ਰਾਹ ਜਿਵੇਂ ਖੁੱਲ ਗਿਆ ਸੀ ਨਰਿੰਦਰ ਲਈ। ਪਰ ਇਹ ਕਾਮਯਾਬੀ ਉਸ ਵਿੱਚ ਢੇਰ ਸਾਰੇ ਪਰਿਵਰਤਨ ਲੈ ਆਈ। ਇਕੱਠਿਆਂ ਹਰ ਮੰਜ਼ਿਲ ਸਰ ਕਰਨ ਦੇ ਵਾਅਦੇ ਕਰਨ ਵਾਲਾ ਹੁਣ ਕੁਝ ਹੋਰ ਆਖ ਰਿਹਾ ਸੀ। ਮੈਂ ਬਸ ਚੁੱਲ੍ਹੇ ਨਾਲ ਜੁੜ ਕੇ ਰਹਿ ਗਈ, ਝੁਰਦੀ ਰਹਿੰਦੀ। ਨਰਿੰਦਰ, ਮੈਨੂੰ ਇੱਕ ਬੇਬੀ ਚਾਹੀਦਾ ਹੈ। ਤੁਸੀਂ ਤਾਂ ਬਾਹਰ ਰਹਿੰਦੇ ਹੋ, ਮੈਂ ਕਿਸ ਨਾਲ ਮਨ ਪਰਚਾਵਾਂ? ਮੈਂ ਅੰਤਾ ਦੇ ਮੋਹ ਨਾਲ ਆਖਿਆ ਸੀ ਉਸਨੂੰ। ਬੇਬੀ ਮੇਰੀ ਜੇਠ ਤਾਂ ਨਹੀਂ ਪਿਆ ਹੋਇਆ? ਨਰਿੰਦਰ ਦਾ ਚਿਹਰਾ ਤਨ ਗਿਆ ਸੀ। ਮੈਂ ਇਹ ਤਾਂ ਨਹੀਂ ਕਿਹਾ, ਪਰ 2 ਸਾਲ ਹੋ ਗਏ ਸਾਨੂੰ ਕਿਸੇ ਡਾਕਟਰ ਨਾਲ। ਪਰ ਨਰਿੰਦਰ ਉੱਠ ਕੇ ਚਲਾ ਗਿਆ। ਮੇਰੀ ਗੱਲ ਉਸਨੂੰ ਪਸੰਦ ਨਹੀਂ ਸੀ ਆਈ। 2 ਘੰਟੇ ਬਾਅਦ ਮੋੜਿਆ ਤਾਂ ਉਸਦੇ ਮੂੰਹ ਵਿੱਚੋਂ ਸ਼ਰਾਬ ਦੀ ਸਮੈਲ ਆ ਰਹੀ ਸੀ। ਮੈਂ ਜਿਵੇਂ ਧੁਰ ਤੇ ਕੰਬ ਗਈ ਸਾਂ। ਉਹ ਚਿੜਨ ਲੱਗਿਆ ਸੀ ਮੇਰੇ ਤੋਂ। ਖੂਬਸੂਰਤ ਤੇ ਖੂਬਸੀਰਤ ਏ ਤੂੰ, ਆਈ ਐਮ ਲੱਕੀ। ਮੇਰੀਆਂ ਅੱਖਾਂ ਉਸਦੀ ਕਹੀ ਗੱਲ ਯਾਦ ਕਰਕੇ ਭਰ ਆਈਆਂ। ਮਰਦ ਸਮਝਦਾਰ ਔਰਤ ਨੂੰ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਦਾ। ਮੈਨੂੰ ਮੈਡਮ ਗੁਰਿੰਦਰ ਦੀ ਗੱਲ ਉਸ ਪਲ ਕਿੰਨੀ ਸੱਚੀ ਲੱਗੀ ਸੀ। ਮੈਂ ਪੂਰੀ ਰਾਤ ਨਹੀਂ ਸਾਂ ਸੁੱਤੀ ਤੇ ਅਗਲੇ ਦਿਨ ਇਕੱਲੀ ਹੀ ਡਾਕਟਰ ਕਵਿਤਾ ਦੇ ਕਲੀਨਿਕ ਤੇ ਪਹੁੰਚ ਗਈ ਸਾਂ। ਐਵਰੀਥਿੰਗ ਇਜ਼ ਓਕੇ ਨਵਜੀਤ ਜੀ, ਡਾਕਟਰ ਕਵਿਤਾ ਨੇ ਮੁਸਕਰਾ ਕੇ ਕਿਹਾ ਸੀ। ਮੇਰੇ ਸਾਰੇ ਟੈਸਟ ਠੀਕ ਸਨ, ਪਰ ਨਰਿੰਦਰ
ਮਰਦ ਆਪਣਾ ਦੋਸ਼ ਕਦੀ ਨਹੀਂ ਮੰਨਦਾ ਹੁੰਦਾ ਨਵ, ਤੂੰ ਜ਼ਰਾ ਮੌਕਾ ਦੇਖ ਕੇ ਗੱਲ ਕਰੀ। ਮੈਂ ਕੰਚਨ ਨੂੰ ਆਪਣਾ ਦੁੱਖ ਦੱਸਿਆ ਸੀ। ਨਰਿੰਦਰ ਵੀ ਤਾਂ ਉਹਨਾਂ ਸੈਂਕੜੇ ਮਰਦਾਂ ਜਿਹਾ ਹੀ ਨਿਕਲਿਆ ਸੀ ਜਿਹੜੇ ਔਰਤ ਨੂੰ ਸਿਰਫ ਭੋਗਣਾ ਹੀ ਜਾਣਦੇ ਨੇ, ਜਿਨ੍ਹਾਂ ਲਈ ਔਰਤ ਕਿਸੇ ਖਿਡੌਣੇ ਵਾਂਗ ਹੈ। ਬਸ ਠੰਡੀ ਪੈ ਗਈ ਹੈ ਤੂੰ, ਹੈ ਨਹੀਂ ਕੁਝ ਤੇਰੇ 'ਚ। ਇੱਕ ਰਾਤ ਨਰਿੰਦਰ ਇਹ ਖੇਡ ਖੇਡਦਿਆਂ ਭੜਕ ਪਿਆ ਸੀ। ਠੰਡੀ ਮੈਂ ਨਹੀਂ ਪਈ, ਤੇਰੇ ਤੋਂ ਹੀ ਕੁਝ ਨਹੀਂ ਹੁੰਦਾ। ਨਾ ਚਾਹੁੰਦੇ ਹੋਏ ਵੀ ਬੋਲ ਪਈ ਸਾਂ ਮੈਂ। ਨਰਿੰਦਰ ਨੂੰ ਜਿਵੇਂ ਕਰੋਪੀ ਚੜ ਗਈ ਸੀ। ਉਸਨੇ ਕੱਪੜੇ ਪਾਏ ਤੇ ਬਾਹਰ ਨੂੰ ਚਲਾ ਗਿਆ। ਮੈਂ ਸਾਰੀ ਰਾਤ ਰੋਂਦੀ ਰਹੀ ਸਾਂ। ਇਸ ਵੇਲੇ ਕਿਹਦੇ ਕੋਲ ਜਾਣਾ ਤੂੰ? ਸੁਣ, ਸੱਤ ਹੈ ਨਹੀਂ ਤੇਰੇ 'ਚ, ਕਿਸੇ ਡਾਕਟਰ ਨੂੰ ਦਿਖਾ ਲੈ ਚਾਹੇ। ਮੇਰੇ ਸ਼ਬਦ ਕਮਰੇ ਦੀਆਂ ਦੀਵਾਰਾਂ ਨਾਲ ਟਕਰਾ ਕੇ ਰਹਿ ਗਏ ਸਨ। ਨਰਿੰਦਰ ਨੇ ਪੂਰੀ ਰਾਤ ਪਤਾ ਨਹੀਂ ਕਿੱਥੇ ਬਿਤਾਈ। ਉਹ ਮੇਰੇ ਤੋਂ ਦੂਰ ਰਹਿਣ ਲੱਗਾ ਸੀ। ਇਹ ਦੂਰੀ ਮਨ ਦੀ ਵੀ ਸੀ ਤੇ ਸਰੀਰ ਦੀ ਵੀ। ਮੈਂ ਟੁੱਟ ਗਈ ਸਾਂ ਜਿਵੇਂ। ਘਰ ਦੀ ਹਰ ਚੀਜ਼ ਖਾਣ ਨੂੰ ਆਉਂਦੀ। ਮੈਂ ਸਾਰਾ ਦਿਨ ਖਾਮੋਸ਼ ਪਈ ਰਹਿੰਦੀ। ਮਨ ਵਿੱਚ ਜਿਵੇਂ ਹਨੇਰਾ ਪਸਰ ਗਿਆ ਸੀ। ਨੀਂਦ ਆਉਣੋਂ ਹਟ ਗਈ। ਕਦੇ ਅੱਖ ਲੱਗਦੀ ਤਾਂ ਅਜੀਬ ਸੁਪਨੇ ਆਉਣ ਲੱਗਦੇ। ਇਹਨਾਂ ਨੂੰ ਕਿਸੇ ਸਾਈਕੈਟ੍ਰਿਕ ਨੂੰ ਦਿਖਾਓ। ਡਾਕਟਰ ਕਵਿਤਾ ਨੇ ਪਾਪਾ ਮੂਹਰੇ ਸਿਰ ਫੇਰ ਦਿੱਤਾ ਸੀ। ਉਹ ਮੈਨੂੰ ਡਾਕਟਰ ਗੁਰਵਿੰਦਰ ਦੇ ਕਲੀਨਿਕ ਤੇ ਲੈ ਗਏ। ਆਪਣਾ ਨਾਮ ਦੱਸੋ ਪਲੀਜ਼, ਡਾਕਟਰ ਨੇ ਗੱਲ ਸ਼ੁਰੂ ਕੀਤੀ। ਨਵਜੀਤ, ਮੈਂ ਸੰਖੇਪ ਜਿਹਾ ਉੱਤਰ ਦਿੱਤਾ। ਗੁੱਡ ਨੇਮ, ਆਈ ਐਮ ਡਾਕਟਰ ਗੁਰਵਿੰਦਰ, ਪਰ ਤੁਸੀਂ ਮੈਨੂੰ ਗੈਰੀ ਕਹਿ ਸਕਦੇ ਹੋ। ਆਪਾਂ ਦੋਸਤਾਂ ਵਾਂਗ ਗੱਲ ਕਰਾਂਗੇ। ਮੈਨੂੰ ਗੈਰੀ ਦੀ ਗੱਲ ਸਮਝ ਨਹੀਂ ਸੀ ਆਈ। ਮੈਂ ਫਿੱਕਾ ਜਿਹਾ ਮੁਸਕਰਾਈ। ਉਸਨੇ 2 ਕੱਪ ਕੌਫੀ ਆਰਡਰ ਕਰ ਦਿੱਤੀ। ਮੈਨੂੰ ਵੀ ਥੀਏਟਰ ਦਾ ਬਹੁਤ ਸ਼ੌਂਕ ਸੀ, ਕਦੇ ਮੇਰਾ ਇਹ ਪ੍ਰੋਫੈਸ਼ਨ, ਪਰ ਚਲੋ। ਕੌਫੀ ਪੀਂਦਿਆਂ ਉਸਨੇ ਦੱਸਿਆ, ਅੱਜ ਵਰਤ ਹੈ ਤੁਹਾਡਾ ਕੋਈ? ਮਤਲਬ? ਮੈਂ ਗੈਰੀ ਦੀ ਗੱਲ ਨਾਲ ਇੱਕਦਮ ਖਿਆਲਾਂ ਚੋਂ ਬਾਹਰ ਆਈ। ਮਤਲਬ ਕੁਝ ਤਾਂ ਬੋਲੋ। ਮੈਂ ਕਦੋਂ ਤਾਂ ਬੋਲੀ ਜਾਂਦਾ, ਆਪਾਂ ਦੋਸਤਾਂ ਵਾਂ ਕੀ ਬੋਲਣਾ, ਕੁਝ ਹੈ ਹੀ ਨਹੀਂ। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਾ। ਮੈਂ ਤਾਂ ਸੋਚਦਾ ਸੀ ਆਰਟਿਸਟ ਲੋਕ ਬੜੇ ਗਾਲੜੀ ਹੁੰਦੇ ਨੇ, ਪਰ ਆਰਟਿਸਟ ਹੋਈਏ ਫੇਰ ਨਾ। ਮੈਂ ਉਸਨੂੰ ਗੱਲ ਪੂਰੀ ਨਹੀਂ ਸੀ ਕਰਨ ਦਿੱਤੀ। ਤੁਸੀਂ ਅੰਦਰੋਂ ਕਲਾਕਾਰ ਹੋ, ਸੋਚੋ, ਅਹਿਸਾਸ ਪੈਦਾ ਕਰੋ ਆਪਣੇ ਅੰਦਰ। ਜੋ ਚੀਜ਼ ਰੂਹ ਵਿੱਚ ਰਮੀ ਹੋਵੇ ਉਹ ਕਦੀ ਮਰਦੀ ਨਹੀਂ। ਪਰ ਮੈਂ ਚੁੱਪ ਰਹੀ। ਉਸਨੇ ਮੈਨੂੰ ਬਾਹਰ ਭੇਜ ਕੇ ਪਾਪਾ ਨੂੰ ਅੰਦਰ ਬੁਲਾ ਲਿਆ। ਕੁਝ ਦਵਾਈਆਂ ਲਿਖ ਦਿੱਤੀਆਂ। 2 ਦਿਨ ਬਾਅਦ ਮੁੜ ਆਉਣ ਲਈ ਆਖਿਆ। ਪਰ ਮੇਰੀ ਪਹਿਚਾਣ ਤਾਂ ਜਿਵੇਂ ਗੁੰਮ ਹੋ ਗਈ ਸੀ। ਐਮਏ ਕਰਕੇ ਕੀ ਨਤੀਜਾ ਨਿਕਲਿਆ? ਮੈਂ ਬਸ ਸੁਪਨੇ ਹੀ ਸਿਰ ਸਕੀ ਸਾਂ। ਨਰਿੰਦਰ ਨਾ ਮੇਰੇ ਅੱਗੇ ਪੜ੍ਹਨ ਲਈ ਮੰਨਿਆ, ਨਾ ਉਸਨੂੰ ਮੇਰੀ ਕਲਾ ਪਸੰਦ ਆਈ। ਨਵ, ਤੇਰੇ ਕੋਲੋਂ ਉਹ ਗੱਲ ਨਹੀਂ ਬਣਦੀ। ਮੇਰਾ ਵਰ੍ਹਿਆਂ ਦਾ ਤਜਰਬਾ ਹੈ। ਤੂੰ ਘਰ ਵੱਲ ਧਿਆਨ ਦੇ। ਤੇਰੇ ਹਿੱਸੇ ਦਾ ਕੰਮ ਮੈਂ ਜੋ ਕਰ ਰਿਹਾ। ਕਿੰਨੀ ਖੂਬਸੂਰਤੀ ਨਾਲ ਕੈਦ ਕਰ ਲਿਆ ਸੀ ਉਸਨੇ ਮੈਨੂੰ 4 ਦੀਵਾਰੀ ਵਿੱਚ। ਸ਼ਿਕਵਾ ਵੀ ਕਰਦੀ ਤਾਂ ਕਿਸ ਨਾਲ? 2 ਦਿਨ ਬਾਅਦ ਮੈਂ ਇਕੱਲੀ ਡਾਕਟਰ ਗੈਰੀ ਕੋਲ ਗਈ ਸਾਂ। ਹੈਲੋ ਮੈਡਮ ਜੀ, ਕੀ ਹਾਲ ਨੇ? ਉਸਨੇ ਮੁਸਕਰਾ ਕੇ ਪੁੱਛਿਆ। ਠੀਕ ਆ। ਕੀ ਲੋਗ ਹੈ, ਗਰਮ ਜਾਂ ਠੰਡਾ? ਕੁਝ ਨਹੀਂ ਸ਼ੁਕਰੀਆ, ਮੈਂ ਜਵਾਬ ਦਿੱਤਾ। ਨਾ ਕੁਝ ਕਿਉਂ ਨਹੀਂ, ਚਲੋ ਕੁਝ ਠੰਡਾ ਸਹੀ। ਰੋਕਦਿਆਂ ਹੋਏ ਵੀ ਉਸਨੇ ਜੂਸ ਮੰਗਵਾ ਲਿਆ। ਇਸ ਦੀ ਤਾਂ ਜ਼ਰੂਰਤ ਨਹੀਂ ਸੀ, ਮੈਂ ਕਿਹਾ। ਕੋਈ ਨਾ, ਪੈਸੇ ਫੀਸ ਵਿੱਚ ਜੋੜ ਦਿਆਂਗੇ। ਉਹ ਖੁੱਲ ਕੇ ਹੱਸਿਆ ਸੀ। ਸਾਡੇ ਦਰਮਿਆਨ ਖਾਮੋਸ਼ੀ ਪਸਰ ਗਈ। ਤਬੀਅਤ ਕਿਵੇਂ ਹੈ ਹੁਣ? ਉਸਨੇ ਚੁੱਪ ਤੋੜੀ। ਮੈਨੂੰ ਅਜੀਬ ਸੁਪਨੇ ਆਉਂਦੇ ਨੇ। ਸੁਪਨਿਆਂ ਵਿੱਚ ਪਰਛਾਵੇਂ ਦਿਖਾਈ ਦਿੰਦੇ ਨੇ। ਲੱਗਦਾ ਹੈ ਜਿਵੇਂ ਦਿਮਾਗ ਵਿੱਚ ਕੁਝ ਰੀਂਗ ਰਿਹਾ ਹੋਵੇ। ਇਹ ਸਭ, ਮੇਰੀਆਂ ਅੱਖਾਂ ਨਮ ਹੋ ਗਈਆਂ। ਇਹਨਾਂ ਸੁਪਨਿਆਂ ਦਾ ਕੋਈ ਅਰਥ ਨਹੀਂ ਹੈ ਨਵਜੀ। ਤੁਹਾਡੀ ਸਾਈਕੀ 'ਚ ਕੋਈ ਚੀਜ਼ ਗੰਢ ਮਾਰੀ ਬੈਠੀ ਹੈ। ਇਹ ਉਸੇ ਦੇ ਕਰਕੇ ਹੈ। ਇੱਕ ਗੱਲ ਕਹਾਂ, ਬਹੁਤ ਖੂਬਸੂਰਤ ਹੋ ਤੁਸੀਂ। ਗੱਲ ਦੀ ਦਿਸ਼ਾ ਬਦਲ ਦਿੱਤੀ ਸੀ ਉਸਨੇ। ਅੱਛਾ ਜੀ, ਮੈਨੂੰ ਤਾਂ ਪਤਾ ਨਹੀਂ ਸੀ। ਮੈਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਤੁਹਾਡੀ ਇਹ ਹਾਲਤ? ਉਸਨੇ ਪੁੱਛਿਆ। ਬਸ ਕਿਸਮਤ ਹੀ। ਮੈਂ ਠੰਡਾ ਸਾਹ ਛੱਡਿਆ। ਨਹੀਂ, ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਗੈਰੀ ਬੋਲ ਪਿਆ ਸੀ। ਕਿਸਮਤ ਵਰਗੀ ਕੋਈ ਗੱਲ ਨਹੀਂ ਹੁੰਦੀ। ਤੁਸੀਂ ਆਪਣੇ ਅੰਦਰ ਕਲਾਕਾਰ ਨੂੰ ਮੁਕਾ ਲਿਆ ਹੈ, ਇਸੇ ਲਈ ਮੁਰਝਾ ਗਏ ਹੋ। ਕਲਾਕਾਰ ਅੰਦਰਲੀ ਕਲਾ ਦੱਬੀ ਜਾਵੇ ਤਾਂ ਉਸ ਲਈ ਜਿਉਣਾ ਔਖਾ ਹੋ ਜਾਂਦਾ ਹੈ। ਤੁਹਾਨੂੰ ਦਵਾਈਆਂ ਨਾਲੋਂ ਜ਼ਿਆਦਾ ਪਿਆਰ ਦੀ ਜ਼ਰੂਰਤ ਹੈ। ਹਿਊਮਨ ਸਾਈਕੀ ਹੀ ਐਸੀ ਹੈ। ਗੈਰੀ ਨੇ ਕਈ ਕੁਝ ਸਮਝਾਇਆ, ਪਰ ਮੇਰੇ ਪੱਲੇ ਕੁਝ ਨਹੀਂ ਪਿਆ। ਅੱਛਾ, ਕੱਲ ਸ਼ਾਮ ਨੂੰ ਕੀ ਕਰ ਰਹੇ ਹੋ? ਉਸਨੇ ਪੁੱਛਿਆ। ਕਰਾਂਗੇ ਕੀ, ਬਸ ਉੱਥੇ ਹੀ 4 ਦੀਵਾਰੀ 'ਚ ਕੈਦ, ਜੇਲ੍ਹ ਵਾਂਗ। ਮੈਨੂੰ ਘਰ ਸ਼ਬਦ ਵਰਤਣਾ ਜਿਵੇਂ ਔਖਾ ਲੱਗਿਆ ਸੀ। ਸ਼ਾਮ ਨੂੰ ਗ੍ਰੀਨਲੈਂਡ ਮਿਲੋਗੇ? ਉਸਨੇ ਕਿਹਾ। ਕਿਉਂ ਤਾਂ ਲੜਾਈ ਹੁੰਦੀ ਹੈ ਨਵਜੀ। ਆ ਜਾਓ, ਲੱਗ ਜਾਓ ਪਤਾ। ਆਹ ਕੁਝ ਦਵਾਈਆਂ ਲੈ ਲੈਣੀਆਂ ਬਾਜ਼ਾਰ ਤੋਂ। ਮੈਂ ਪਰਚੀ ਫੜ ਕੇ ਬਾਹਰ ਆ ਗਈ ਬਿਨਾਂ ਕੁਝ ਬੋਲੇ। ਤੁਹਾਨੂੰ ਦਵਾਈ ਨਾਲੋਂ ਜ਼ਿਆਦਾ। ਗੈਰੀ ਦੀਆਂ ਗੱਲਾਂ ਦਿਮਾਗ ਵਿੱਚ ਪੂਰੀ ਰਾਤ ਘੁੰਮਦੀਆਂ ਰਹੀਆਂ, ਪਰ ਪਿਆਰ ਤਾਂ ਮਨਫੀ ਹੋ ਗਿਆ ਸੀ ਮੇਰੀ ਜ਼ਿੰਦਗੀ ਚੋਂ। ਮੈਂ ਤੇ ਨਰਿੰਦਰ ਇੱਕ ਛੱਤ ਥੱਲੇ ਰਹਿ ਕੇ ਵੀ ਜਿਵੇਂ ਅਜਨਬੀ ਸਾਂ। ਮੇਰੇ ਅੰਦਰੋਂ ਜਿਵੇਂ ਰੂਹ ਹੀ ਮਰ ਗਈ ਸੀ। ਹੈਲੋ ਨਵਜੀਤ ਜੀ, ਆ ਗਏ ਤੁਸੀਂ? ਮੈਨੂੰ ਦੇਖ ਕੇ ਗੈਰੀ ਦਾ ਚਿਹਰਾ ਖਿੜ ਗਿਆ ਸੀ। ਹਾਂ, ਪਤਾ ਨਹੀਂ ਕਿਉਂ। ਕਿਵੇਂ? ਕਿਉਂ? ਕੁਝ ਨਹੀਂ ਹੁੰਦਾ। ਮੇਰੀਆਂ ਵੇਵਜ਼ ਨੇ ਖਿੱਚਿਆ ਤੁਹਾਨੂੰ। ਅੱਛਾ ਜੀ, ਜਾਦੂਗਰ ਹੋ ਤੁਸੀਂ। ਮੈਨੂੰ ਹਾਸਾ ਆ ਗਿਆ। ਇਰਾਦੇ ਨੇਕ ਨਹੀਂ ਲੱਗਦੇ ਤੁਹਾਡੇ। ਇਰਾਦੇ ਤਾਂ ਬਹੁਤ ਨੇਕ ਨੇ ਜੇ। ਗੈਰੀ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਸੀ। ਮੇਰੇ ਸਰੀਰ ਵਿੱਚ ਬਿਜਲੀ ਦੌੜ ਗਈ। ਗਲਤ ਹੈ ਇਹ। ਮੈਂ ਹੱਥ ਪਿਛਾਂ ਖਿੱਚ ਲਿਆ। ਜੇ ਇਹ ਗਲਤ ਹੈ ਤਾਂ ਫਿਰ ਉਹ ਸਭ ਕੁਝ ਠੀਕ ਹੈ ਜੋ ਮੈਂ ਗੈਰੀ ਦਾ ਇਸ਼ਾਰਾ ਸਮਝ ਗਈ ਸੀ। ਉਹ ਮੇਰੀ ਅੱਖਾਂ ਵਿੱਚ ਝਾਕ ਗਿਆ। ਆਈ ਲਾਈਕ ਯੂ, ਉਸਨੇ ਕਿਹਾ। ਪਰ ਕੀ? ਮੈਥੋਂ ਤੁਹਾਡੀ ਇਹ ਹਾਲਤ ਬਰਦਾਸ਼ਤ ਨਹੀਂ ਹੁੰਦੀ। ਮੈਂ ਜਾਣਾ ਚਾਹੁੰਦੀ ਹਾਂ। ਮੈਂ ਉੱਠ ਪਈ। ਜਾਓ।
ਮੈਂ ਤੁਹਾਡੇ ਫੋਨ ਦਾ ਇੰਤਜ਼ਾਰ ਕਰਾਂਗਾ ਅੱਜ ਰਾਤ। ਮੈਂ ਰੈਸਟੋਰੈਂਟ ਵਿੱਚੋਂ ਬਾਹਰ ਆ ਗਈ। ਘਰ ਪਹੁੰਚੀ ਤਾਂ ਨਰਿੰਦਰ ਦੋਸਤਾਂ ਨਾਲ ਮਹਿਫਿਲ ਸਜਾਈ ਬੈਠਾ ਸੀ। ਮੈਂ ਰਸੋਈ ਵਿੱਚ ਕੰਮ ਕਰਨ ਲੱਗੀ। ਨਰਿੰਦਰ ਦੀ ਮਹਿਫਿਲ ਮੁੱਕੀ। ਉਹ ਬਿਨ ਰੋਟੀ ਖਾਧੇ ਹੀ ਸੋ ਗਿਆ। ਮੈਂ ਕੰਮ ਨਿਬੇੜ ਕੇ ਪੈ ਗਈ। ਮੇਰੇ ਕੋਲ ਪਿਆ ਨਰਿੰਦਰ ਮੇਥੋਂ ਕੋਹਾਂ ਦੂਰ ਸੀ, ਪਰ ਨਰਿੰਦਰ ਇੰਜ ਦਾ ਨਹੀਂ ਸੀ। ਮੈਂ ਅਤੀਤ ਵਿੱਚ ਗੁਆਚ ਗਈ। ਇੱਕਦਮ ਜਿਵੇਂ ਕੁਝ ਯਾਦ ਆਇਆ। ਮੈਂ ਰੈਕ ਤੋਂ ਮੋਬਾਈਲ ਚੁੱਕਿਆ ਤੇ ਬੈਡਰੂਮ ਚੋਂ ਬਾਹਰ ਆ ਗਈ। ਗੈਰੀ ਦਾ ਨੰਬਰ ਡਾਇਲ ਕੀਤਾ। ਰਿੰਗ ਗਈ। ਮੈਂ ਫੋਨ ਕੱਟ ਦਿੱਤਾ। ਉਸੇ ਪਲ ਉਧਰੋਂ ਫੋਨ ਆ ਗਿਆ। ਅਜੇ ਤੱਕ ਜਾਗ ਰਹੇ ਸੀ? ਮੈਂ ਪੁੱਛਿਆ। ਹਾਂ, ਜਾਣਦਾ ਸੀ ਫੋਨ ਆਏਗਾ ਤੁਹਾਡਾ। ਅਜੇ ਲਫ਼ਜ਼ ਮੇਰੀ ਜ਼ੁਬਾਨ ਤੇ ਨਹੀਂ ਸੀ ਆਏ। ਮੈਨੂੰ ਲੱਗਿਆ ਜਿਵੇਂ ਕੋਈ ਫੋਨ ਮੇਰੇ ਹੱਥੋਂ ਡਿੱਗ ਪਿਆ। ਪਿੱਛੇ ਨਰਿੰਦਰ ਖੜਾ ਸੀ। ਤੇਰੇ ਹੀ ਚਾਲੇ ਦੇਖ ਰਿਹਾ ਸੀ ਮੈਂ ਇਸ ਵੇਲੇ। ਉਸ ਰਾਤ ਪਹਿਲੀ ਵਾਰ ਨਰਿੰਦਰ ਨੇ ਮੇਰੇ ਤੇ ਹੱਥ ਚੁੱਕਿਆ ਸੀ। ਮੈਂ ਤਰਲੇ ਲਏ, ਪੈਰ ਫੜੇ, ਪਰ ਉਹ ਪੱਲਾ ਛੁਡਾ ਕੇ ਚਲਾ ਗਿਆ। ਮੇਰੀ ਗੱਲ ਤੇ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਉੱਕਰ ਗਏ ਸਨ। ਰਾਤ ਨਰਿੰਦਰ ਨੇ, ਗੈਰੀ ਨੇ ਚਿਹਰਾ ਪੜ ਲਿਆ ਸੀ ਮੇਰਾ। ਮੇਰੀਆਂ ਅੱਖਾਂ ਭਰ ਆਈਆਂ। ਮੈਂ ਉਸ ਦੀਆਂ ਬਾਹਾਂ ਵਿੱਚ ਡਿੱਗ ਪਈ ਸਾਂ। ਉਸ ਦਿਨ ਹਰ ਸੀਮਾ ਪਾਰ ਹੋ ਗਈ। ਮੈਂ ਆਪਣਾ ਸਾਰਾ ਕੁਝ ਗੈਰੀ ਨੂੰ ਸੌਂਪ ਦਿੱਤਾ। ਗੈਰੀ, ਇੱਕ ਗੱਲ ਦੱਸਾਂ? ਹਾਂ ਜ਼ਰੂਰ। ਇੰਨਾ ਪਰੇਸ਼ਾਨ ਜਿਹੇ ਕਿਉਂ ਹੋ? ਗੱਲ ਕਿੱਥੋਂ ਸ਼ੁਰੂ ਕਰਾਂ? ਮੈਨੂੰ ਸਮਝ ਨਹੀਂ ਸੀ ਆਉਂਦੀ। ਆਈ ਐਮ ਪ੍ਰੈਗਨੈਂਟ। ਵਾਹ, ਇਟਸ ਵੰਡਰਫੁਲ ਨਿਊਜ਼। ਇਹਦੇ 'ਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਗੈਰੀ ਨੇ ਮੈਨੂੰ ਬਾਹਾਂ ਵਿੱਚ ਭਰ ਲਿਆ। ਪਰ ਨਰਿੰਦਰ, ਗਲਤ ਹੈ ਇਹ ਸਭ। ਕੁਝ ਗਲਤ ਨਹੀਂ ਹੈ। ਜੇ ਇਹ ਗਲਤ ਹੈ ਤਾਂ ਫਿਰ ਸਹੀ ਕੀ ਹੈ? ਗੈਰੀ ਨੇ ਲੰਬੀ ਚੌੜੀ ਵਿਆਖਿਆ ਕੀਤੀ। ਮੈਂ ਸਹੀ ਗਲਤ ਵਿੱਚ ਉਲਝ ਕੇ ਰਹਿ ਗਈ। ਮੈਂ ਕਾਹਲੇ ਕਦਮੀ ਘਰ ਮੁੜ ਆਈ। ਦਿਮਾਗ ਵਿੱਚ ਜਿਵੇਂ ਵਾਹ ਵਰੋਲੇ ਉੱਠ ਰਹੇ ਸਨ। ਘਰ ਆ ਕੇ ਖਾਣਾ ਬਣਾਇਆ। ਨਰਿੰਦਰ ਕਿਸੇ ਪਾਰਟੀ ਤੋਂ ਮੁੜਿਆ ਸੀ, ਨਸ਼ੇ ਵਿੱਚ ਗੁੱਟ। ਉਸਦੇ ਪੈਰ ਜ਼ਮੀਨ ਤੇ ਨਹੀਂ ਸੀ ਲੱਗ ਰਹੇ। ਉਹ ਆਉਂਦਾ ਹੀ ਬੈੱਡ ਤੇ ਡਿੱਗ ਪਿਆ। ਪਰ ਮੈਨੂੰ ਨੀਂਦ ਨਹੀਂ ਸੀ ਆ ਰਹੀ। ਮਨ ਬੇਚੈਨ ਸੀ। ਮੈਂ ਗੈਰੀ ਨੂੰ ਬੁਲਾ ਲਿਆ। ਉਹ ਪੂਰੀ ਰਾਤ ਮੇਰੇ ਕੋਲ ਰਿਹਾ। ਉਸਦੀਆਂ ਬਾਹਾਂ ਵਿੱਚ ਜਾਂਦਿਆਂ ਹੀ ਮੇਰੇ ਸਾਰੇ ਡਰ ਦੂਰ ਹੋ ਗਏ। ਨਰਿੰਦਰ ਨਾਲ ਦੇ ਕਮਰੇ ਵਿੱਚ ਘੂਕ ਸੁੱਤਾ ਪਿਆ ਸੀ। ਤੜਕਸਾਰ ਗੈਰੀ ਕੱਪੜੇ ਪਾ ਕੇ ਤੁਰ ਗਿਆ। ਉਸਨੂੰ ਗੇਟ ਤੇ ਛੱਡ ਕੇ ਬੈਡਰੂਮ ਵਿੱਚ ਆ ਗਈ ਸਾਂ। ਪਰ ਮੈਥੋਂ ਉੱਥੇ ਰੁਕ ਨਹੀਂ ਹੋਇਆ। ਅੱਜ ਕਰਵਾ ਚੌਥ ਹੈ, ਪਰ ਮੈਂ ਵਰਤ ਕਿਸ ਲਈ ਰੱਖ ਲਈ ਹਾਂ? ਗੈਰੀ ਲਈ ਜਾਂ ਫਿਰ ਨਰਿੰਦਰ ਲਈ? ਸਮਝ ਨਹੀਂ ਆ ਰਹੀ। ਬਾਹਰ ਰੋਸ਼ਨੀ ਫੈਲ ਰਹੀ ਹੈ, ਪਰ ਮੇਰੇ ਅੰਦਰ ਦਾ ਹਨੇਰਾ ਹੋਰ ਡੂੰਘਾ ਹੋਈ ਜਾਂਦਾ ਹੈ। ਦਿਲ ਕਰਦਾ ਹੈ ਉੱਚੀ ਸਾਰੀ ਭੁੱਬ ਮਾਰਾਂ, ਪਰ ਕਿਉਂ? ਤੁਸੀਂ ਸੁਣ ਰਹੇ ਸੀ ਸਿਮਰਨ ਧਾਲੀਵਾਲ ਦੀ ਕਹਾਣੀ ਮੈਂ ਨਾਟਕ ਤੇ ਜ਼ਿੰਦਗੀ।